ਕੋਸ਼ਿਸ਼ ਕਰਦੇ ਰਹੇ। ਅਸੀਂ ਆਟੇ ਦੇ ਵਿੱਚ ਲੂਣ ਬਰਾਬਰ ਵੀ ਨਹੀਂ ਆਪਣੇ ਆਪ ਨੂੰ ਸਮਝਦੇ, ਲੇਕਿਨ ਇਸ ਜਜ਼ਬੇ ਦੇ ਤਹਿਤ ਥੋੜ੍ਹੀ ਕੋਸ਼ਿਸ਼ ਕਰਦੇ ਰਹੇ। ਜ਼ਿਕਰ ਕਰਨ ਦਾ ਥੋੜ੍ਹਾ ਜਿਹਾ ਮਕਸਦ ਇਹ ਵੇ ਕਿ ਜਦੋਂ ਕੋਈ ਕੰਮ ਚੰਗਾ ਕਰਨ ਵਾਸਤੇ ਤੁਸੀਂ ਤੁਰਦੇ ਹੋ, ਉਹਨੇ ਇੰਟਰਵਿਊ ਦੇ ਵਿੱਚ ਸਾਨੂੰ ਹਰ ਇੱਕ ਚੀਜ਼ ਸਹੀ ਔਰ ਸੱਚੀ ਦੱਸ ਦਿੱਤੀ। ਸਰੀਏ ਦੇ ਬਾਰੇ ਦੱਸ ਦਿੱਤਾ, ਰੇਤ ਦੇ ਬਾਰੇ ਦੱਸ ਦਿੱਤਾ ਕਿ ਰੇਤ ਜਿਹੜੀ ਹੈ ਟੈਂਡਰ ਦੇ ਵਿੱਚ ਕਿਹੜੀ ਪਾਸ ਹੋਈ ਹੈ ਔਰ ਇਸਤੇਮਾਲ ਕਿਹੜੀ ਹੋ ਰਹੀ ਹੈ। ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਦੋਸਤੋ ਅੱਜ ਜਿਹੜਾ ਨਾ ਵੀਡੀਓ ਦੌਰਾਨ ਬੜਾ ਸ਼ੋਰ ਬੱਚਿਆਂ ਦੇ ਖੇਡਣ ਦਾ ਆ ਰਿਹਾ ਔਰ ਉਹਦੇ ਲਈ ਮਾਜ਼ਰਤ ਕਿ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਥੋੜ੍ਹਾ ਜਿਹਾ ਸ਼ੋਰ ਵੀ, ਜਾਨਵਰ ਦੇ ਭੌਂਕਣ ਦਾ ਵੀ ਸ਼ੋਰ ਮਹਿਸੂਸ ਹੋਏਗਾ, ਤੇ ਲੇਕਿਨ ਟਾਈਮ ਦੀ ਕਮੀ ਦੀ ਵਜ੍ਹਾ ਤੋਂ ਅੱਜ ਇਸੇ ਤਰ੍ਹਾਂ ਵੀਡੀਓ ਬਣਾ ਰਿਹਾ ਮੈਂ। ਦੋਸਤੋ ਅੱਜ ਦੀ ਵੀਡੀਓ ਆਖਰ ਤੱਕ ਲਾਜ਼ਮੀ ਦੇਖਿਆ ਜੇ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਜੇ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਆ ਜੇ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਮੈਂ ਇੱਕ ਅਨਪੜ੍ਹ ਆਦਮੀ ਹਾਂ ਔਰ ਕੋਸ਼ਿਸ਼ ਕਰਨਾ ਵਾਂ ਕਿ ਤੁਹਾਡੇ ਅੱਗੇ ਜਿਹੜੀ ਵੀ ਗੁਫ਼ਤਗੂ ਪੇਸ਼ ਕਰਾਂ ਸੁਣੀ ਸੁਣਾਈ ਨਾ ਹੋਵੇ, ਹੱਡ ਬੀਤੀ ਹੋਵੇ ਜਾਂ ਸਾਬਕਾ ਕੋਈ ਐਸਾ ਤਜਰਬਾ ਹੋਵੇ ਜਿਹੜਾ ਤੁਹਾਡੇ ਵਾਸਤੇ ਕਾਰਾਮਦ ਹੋਵੇ। ਤੁਹਾਨੂੰ ਉਹਦੇ ਬਾਰੇ 'ਚ ਮਾਲੂਮਾਤ ਫਰਾਹਮ ਕਰਨ ਦੀ ਕੋਸ਼ਿਸ਼ ਕਰਨਾ ਵਾ ਤਾਂ ਕਿ ਤੁਹਾਡੀ ਜ਼ਿੰਦਗੀ ਸ਼ੁਰੂ ਹੋ ਰਹੀ ਹੈ ਇਸ ਪ੍ਰੈਕਟੀਕਲ ਲਾਈਫ ਦੇ ਵਿੱਚ, ਤੁਸੀਂ ਇਨ ਹੋ ਰਹੇ ਹੋ ਔਰ ਸਾਡੇ ਜਿਹੜੇ ਤਜਰਬੇ ਨੇ ਜਾਂ ਅਸੀਂ ਜਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੀ ਹੈ ਉਹਦੇ 'ਚ ਜੋ ਕੁਝ ਸਾਡੇ ਨਾਲ ਬੀਤਿਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨੇ ਆ। ਅੱਜ ਹਰ ਬੰਦਾ ਇਹ ਲਫ਼ਜ਼ ਬੋਲਦਾ ਹੈ ਕਿ ਮੁਆਸ਼ਰਾ ਸਾਡਾ ਜਿਹੜਾ ਨਾ ਬੜਾ ਕਰਪਟ ਹੁੰਦਾ ਜਾ ਰਿਹਾ ਹੈ। ਉਹਦੀ ਮੇਨ ਵਜ੍ਹਾ ਕਰਪਸ਼ਨ ਹੈ। ਕਰਪਸ਼ਨ ਦੀ ਵਜ੍ਹਾ ਤੋਂ ਸਾਡਾ ਮੁਲਕ ਤਰੱਕੀ ਦੀ ਤਰਫ ਨਹੀਂ ਜਾ ਰਿਹਾ ਔਰ ਦਿਨ ਬ ਦਿਨ ਪਸਤੀ ਦੀ ਤਰਫ ਜਾ ਰਿਹਾ। ਲੇਕਿਨ ਅਗਰ ਕੋਈ ਕਰਪਸ਼ਨ ਦੇ ਖਿਲਾਫ ਕੋਈ ਕੰਮ ਕਰਨਾ ਚਾਹੁੰਦਾ ਹੈ ਤੇ ਸਾਡੇ ਇਸੇ ਮੁਆਸ਼ਰੇ ਦੇ ਲੋਕ, ਸਾਡੇ ਇਰਦ ਗਿਰਦ ਰਹਿਣ ਵਾਲੇ, ਸਾਡੇ ਤਲਕ ਵਾਲੇ, ਉਹ ਹੀ ਸਾਡੇ ਅੱਗੇ ਦੀਵਾਰ ਬਣ ਕੇ ਖੜੀ ਹੋ ਜਾਂਦੇ ਨੇ। ਮਿਸਾਲ ਦੇ ਤੌਰ ਤੇ ਮੈਂ ਇੱਕ ਤੁਹਾਡੇ ਨਾਲ ਵਾਕਿਆ ਸ਼ੇਅਰ ਕਰਨ ਲੱਗਾ ਜਿਹਦੇ ਉੱਤੇ ਅਸੀਂ ਕੰਮ ਕੀਤਾ ਚੰਦ ਇੱਕ ਦੋਸਤਾਂ ਨੇ ਔਰ ਕੋਸ਼ਿਸ਼ ਕੀਤੀ ਕਿ ਅਵਾਮੀ ਕੰਮ ਹੈ ਔਰ ਬਿਹਤਰ ਤਰੀਕੇ ਦੇ ਨਾਲ ਇਹ ਹੋ ਜਾਵੇ। ਉਹ ਕੰਮ ਕੀ ਹੈ ਉਹਦੇ ਬਾਰੇ 'ਚ ਆਖਿਰ ਤੇ ਮੈਂ ਤੁਹਾਡੇ ਨਾਲ ਜ਼ਿਕਰ ਕਰਾਂਗਾ, ਕਿਉਂਕਿ ਉਹਦੇ ਬਾਰੇ 'ਚ ਪਹਿਲੋਂ ਮੈਂ ਸਾਰੀ ਮਾਲੂਮਾਤ ਤੁਹਾਡੇ ਤੱਕ ਪਹੁੰਚਾ ਦਿਆਂ ਕਿ ਅਸੀਂ ਉਹਦੇ ਉੱਤੇ ਕਿਸ ਤਰ੍ਹਾਂ ਕੰਮ ਸ਼ੁਰੂ ਕੀਤਾ। ਅਸੀਂ ਜਾ ਰਹੇ ਸੀ ਇੱਕ ਜਗ੍ਹਾ ਤੇ, ਨਾਲ ਸਾਡੇ ਇੱਕ ਦੋ ਸਹਾਫੀ ਦੋਸਤ ਵੀ ਸਨ ਜਿਹੜੇ ਸਮਝ ਲਓ ਕਿ ਸਾਡੀ ਟੀਮ ਦਾ ਹਿੱਸਾ ਰਹਿੰਦੇ ਨੇ। ਜਿਹੜਾ ਕੋਈ ਕੰਮ ਗਲਤ ਹੁੰਦਾ ਹੋਵੇ ਤੇ ਉਹਨਾਂ ਦੇ ਜ਼ਰੀਏ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਦੀ ਹੈ ਔਰ ਅਸੀਂ ਉਹ ਕੰਮ ਕਰਨ ਦੀ ਬਿਹਤਰ ਤਰੀਕੇ ਦੇ ਨਾਲ ਪੋਜੀਸ਼ਨ ਵਿੱਚ ਹੋ ਜਾਂਦੇ ਹਾਂ, ਕਿਉਂਕਿ ਸਾਡਾ ਇਹ ਨਜ਼ਰੀਆ ਹੁੰਦਾ ਹੈ ਕਿ ਅਸੀਂ ਕਿਸੇ ਦੇ ਉੱਤੇ ਇਲਜ਼ਾਮ ਲਾਉਣ ਦੀ ਬਜਾਏ ਜਿਹੜੀ ਹਕੀਕਤ ਹੈ ਉਹਦੇ ਉੱਤੇ ਕੰਮ ਕਰੀਏ ਔਰ ਜਿੰਨਾ ਤੀਕਰ ਸਾਨੂੰ ਸਹੀ ਹਕੀਕਤ ਦੇ ਬਾਰੇ 'ਚ ਇਲਮ ਨਹੀਂ ਹੋ ਜਾਂਦਾ ਸੀ ਉਹਨਾਂ ਤੀਕਰ ਅਸੀਂ ਉਸ ਦੇ ਉੱਤੇ ਕੰਮ ਸ਼ੁਰੂ ਨਹੀਂ ਸਾਂ ਕਰਦੇ। ਮਸਲਨ ਕੰਮ ਕੀ ਕਰਦੇ ਸਾਂ ਅਸੀਂ ਕਿ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਮੁਆਸ਼ਰੇ ਦੇ ਵਿੱਚ ਜਿਹੜੀ ਕਰਪਸ਼ਨ ਦੀ ਬੁਰਾਈ ਹੈ ਫੈਲੀ ਹੈ ਉਹਦੇ ਖਿਲਾਫ ਕੁਛ ਨਾ ਕੁਛ ਇਕਦਾਮ ਕੀਤਾ ਜਾਏ ਤਾਂ ਕਿ ਜਿਹੜੀ ਸਾਡੇ ਮਾੜੇ ਲੋਕਾਂ ਦੀ ਕਰਪਸ਼ਨ ਦੀ ਵਜ੍ਹਾ ਤੋਂ ਹੱਕ ਤਲਫੀ ਹੁੰਦੀ ਹੈ ਜਾਂ ਸਾਡੇ ਮੁਲਕ ਦਾ ਜਿਹੜਾ ਸਰਮਾਇਆ ਜ਼ਾਇਆ ਹੁੰਦਾ ਹੈ ਉਹਨੂੰ ਬਚਾਇਆ ਜਾ ਸਕੇ। ਇਹ ਕੋਸ਼ਿਸ਼ ਕਰਦੇ ਰਹੇ। ਅਸੀਂ ਆਟੇ ਦੇ ਵਿੱਚ ਲੂਣ ਬਰਾਬਰ ਵੀ ਨਹੀਂ ਆਪਣੇ ਆਪ ਨੂੰ ਸਮਝਦੇ, ਲੇਕਿਨ ਇਸ ਜਜ਼ਬੇ ਦੇ ਤਹਿਤ ਥੋੜ੍ਹੀ ਕੋਸ਼ਿਸ਼ ਕਰਦੇ ਰਹੇ ਕਿ ਸ਼ਾਇਦ ਮੁਆਸ਼ਰੇ ਦੇ ਵਿੱਚ 1% ਤੇ ਸੁਧਾਰ ਆ ਜਾਵੇ ਜਾਂ ਸਾਡੇ ਵੱਲੋਂ ਵੇਖ ਕੇ ਹੋਰਾਂ ਲੋਕਾਂ ਨੂੰ ਵੀ ਸ਼ਊਰ ਆ ਜਾਵੇ, ਤੇ ਅਸੀਂ ਉਹ ਕੰਮ ਕਰਦੇ ਰਹੇ। ਉਹ ਕੰਮ ਅਸੀਂ ਕਰਨ ਦਾ ਤਰੀਕਾ ਇਹ ਰੱਖਿਆ ਸੀ ਕਿ ਪਹਿਲੋਂ ਕਿਸੇ ਵੀ ਕੰਮ ਦੇ ਉੱਤੇ ਸਮਝ ਲਓ ਕਿ ਗ੍ਰਿਫਤ ਕਰਨ ਵਾਸਤੇ ਜਾਂ ਉਹਦੇ ਬਾਰੇ 'ਚ ਪਹਿਲੋਂ ਅਸੀਂ ਮਾਲੂਮਾਤ ਇਕੱਠੇ ਕਰਦੇ ਸਾਂ। ਸਾਡੇ ਸ਼ਹਿਰ ਦੇ ਵਿੱਚ ਇੱਕ ਕੰਮ ਹੋ ਰਿਹਾ ਸੀ ਸਰਕਾਰੀ ਤੌਰ ਤੇ ਅਸੀਂ ਉਹਦੇ ਜ਼ਿੰਮੇਦਾਰ ਜਿਹੜੇ ਸਨ, ਕੰਮ ਜਿਹੜੇ ਕਰਾ ਰਹੇ ਸਨ, ਉਹਨਾਂ 'ਚੋਂ ਇੱਕ ਬੰਦੇ ਦਾ ਇੰਟਰਵਿਊ ਕੀਤਾ ਤੇ ਉਹਨੇ ਦੱਸਿਆ ਕਿ ਇਸ ਚੀਜ਼ ਦੇ ਵਿੱਚ ਜਿੰਨਾ ਵੀ ਮਟੀਰੀਅਲ ਇਸਤੇਮਾਲ ਹੋ ਰਿਹਾ ਹੈ ਉਹ ਨਾਕਸ ਕਿਸਮ ਦਾ।
ਉਹਨੇ ਇੰਟਰਵਿਊ ਦੇ ਵਿੱਚ ਸਾਨੂੰ ਹਰ ਇੱਕ ਚੀਜ਼ ਸਹੀ ਔਰ ਸੱਚੀ ਦੱਸ ਦਿੱਤੀ। ਸਰੀਏ ਦੇ ਬਾਰੇ 'ਚ ਦੱਸ ਦਿੱਤਾ, ਰੇਤ ਦੇ ਬਾਰੇ 'ਚ ਦੱਸ ਦਿੱਤਾ ਕਿ ਰੇਤ ਜਿਹੜੀ ਹੈ ਟੈਂਡਰ ਦੇ ਵਿੱਚ ਕਿਹੜੀ ਪਾਸ ਹੋਈ ਹੈ ਔਰ ਇਸਤੇਮਾਲ ਕਿਹੜੀ ਹੋ ਰਹੀ ਹੈ। ਸੀਮੈਂਟ ਕਿੰਨਾ ਇਸਤੇਮਾਲ ਹੋਣਾ ਚਾਹੀਦਾ ਸੀ ਔਰ ਕਿੰਨਾ ਹੋ ਰਿਹਾ। ਸਰੀਆ ਜਿਹੜਾ ਕਿਹੜੇ ਲੈਂਥ ਦਾ ਜਾਂ ਕਿੰਨਾ ਮੋਟਾ ਇਸਤੇਮਾਲ ਹੋਣਾ ਸੀ ਔਰ ਕਿੰਨਾ ਘੱਟ ਮੋਟਾ ਇਸਤੇਮਾਲ ਹੋ ਰਿਹਾ, ਔਰ ਕਿੰਨੇ ਸਾਈਜ਼ ਦੇ ਵਿੱਚ ਸਰੀਏ ਦੀਆਂ ਕਿੰਨੀਆਂ ਲੈਂਥਾਂ ਪੈਣੀਆਂ ਸਨ ਔਰ ਕਿੰਨੀਆਂ ਪੈ ਰਹੀਆਂ ਨੇ। ਇਹ ਸਾਰੀਆਂ ਮਾਲੂਮਾਤਾਂ ਉਸ ਬੰਦੇ ਨੇ ਸਾਨੂੰ ਦੇ ਦਿੱਤੀਆਂ। ਅਸੀਂ ਉਹਨਾਂ ਨੂੰ ਮਾਲੂਮਾਤਾਂ ਨੂੰ ਜਾਂਚਣ ਵਾਸਤੇ ਉਸ ਮਹਿਕਮੇ ਦੇ ਮੁਤਲਕਾ ਚੰਦ ਇੱਕ ਦੋਸਤਾਂ ਦੇ ਨਾਲ, ਜਿਨ੍ਹਾਂ ਦੇ ਨਾਲ ਸਾਡਾ ਰਾਬਤਾ ਰਹਿੰਦਾ ਸੀ, ਉਹਨਾਂ ਨਾਲ ਇਹ ਗੱਲਾਂ ਸ਼ੇਅਰ ਕੀਤੀਆਂ। ਤੇ ਉਹਨਾਂ ਜਦੋਂ ਇਹ ਗੱਲਾਂ ਸਾਡੀਆਂ ਸੁਣੀਆਂ, ਇੰਟਰਵਿਊ ਦੇਖਿਆ ਬੰਦੇ ਦਾ, ਤੇ ਉਹਨਾਂ ਵੀ ਇਸ ਚੀਜ਼ ਦੀ ਤਸਦੀਕ ਕਰ ਦਿੱਤੀ ਕਿ ਬੰਦੇ ਦੀਆਂ ਗੱਲਾਂ ਬਿਲਕੁਲ ਠੀਕ ਨੇ ਔਰ ਬਿਲਕੁਲ 100% ਕੰਮ ਗਲਤ ਹੋ ਰਿਹਾ। ਅਸੀਂ ਫਿਰ ਸਾਡਾ ਇੱਕ ਦੋਸਤ ਹੈ, ਉਹਨੇ ਇਹਦੇ ਉੱਤੇ ਐਕਸ਼ਨ ਲਿਆ ਔਰ ਉਸ ਠੇਕੇਦਾਰ ਦੇ ਖਿਲਾਫ ਉਸਨੇ ਸਰਕਾਰੀ ਇਦਾਰੇ ਦੇ ਵਿੱਚ ਇੱਕ ਦਰਖਾਸਤ ਦੇ ਦਿੱਤੀ, ਜਿਹਦੇ ਉੱਤੇ ਕੇਸ ਚੱਲ ਗਿਆ। ਕੇਸ ਦੇ ਦੌਰਾਨ ਅਸੀਂ ਮਜ਼ੀਦ ਉਸ ਜਗ੍ਹਾ ਦੀਆਂ ਮਾਲੂਮਾਤਾਂ ਲੈਂਦੇ ਰਹੇ, ਫਰਾਹਮ ਕਰਦੇ ਰਹੇ ਔਰ ਉਹਦੇ ਬਾਰੇ 'ਚ ਹਕਾਇਕ ਇਕੱਠੇ ਕਰਦੇ ਰਹੇ। ਕੇਸ ਚੱਲਦਾ ਰਿਹਾ। ਇੱਕ ਦਿਨ ਐਸਾ ਹੋਇਆ ਕਿ ਸਾਡੇ ਇੱਕ ਚੰਦ ਦੋਸਤ ਸਾਡੇ ਕੋਲ ਆਏ ਗਏ। ਉਹਨਾਂ ਦਾ ਨਾਂ ਲੈਣਾ ਮਕਸੂਦ ਨਹੀਂ, ਸਿਰਫ ਤੁਹਾਡੇ ਅੱਗੇ ਵਾਕਿਆ ਸ਼ੇਅਰ ਕਰਨਾ ਮਕਸੂਦ ਹੈ ਕਿ ਜਿਹੜੇ ਲੋਕੀ ਕੰਮ ਚੰਗਾ ਕਰਦੇ ਨੇ, ਆਵਾਮ ਵਾਸਤੇ ਕਰਦੇ ਨੇ, ਉਹਨਾਂ ਵਾਸਤੇ ਸਾਡੇ ਵਿੱਚੋਂ ਹੀ ਲੋਕ ਦੀਵਾਰ ਬਣ ਕੇ ਖੜੇ ਹੋ ਜਾਂਦੇ ਨੇ। ਉਹਨਾਂ ਨੇ, ਕਿਸੇ ਨੇ ਕਿਹਾ ਜੀ ਸਾਡਾ ਸਬ ਇੰਜੀਨੀਅਰ ਤਲਕਲ ਹੈ, ਕਿਸੇ ਨੇ ਠੇਕੇਦਾਰ ਦਾ ਨਾਂ ਲਿਆ, ਕਿਸੇ ਨੇ ਕਿਸੇ ਦਾ ਨਾਂ ਲਿਆ, ਉਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਸੀ ਉਹਦੇ ਮੁਤਲਕਾ, ਔਰ ਹਰ ਇੱਕ ਨੇ ਸਾਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਡਰਾਉਣ ਦੀ ਵੀ ਕੋਸ਼ਿਸ਼ ਕੀਤੀ, ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ। ਲੇਕਿਨ ਸਾਡਾ ਜਿਹੜਾ ਦੋਸਤ ਹੈ ਜਿਹਨੇ ਇਹ ਕੇਸ ਕੀਤਾ ਹੋਇਆ ਸੀ, ਉਹਨਾਂ ਨੇ ਕਿਸੇ ਦੀ ਵੀ ਧਮਕੀ ਜਾਂ ਸਮਝ ਲਓ ਕਿ ਆਪਣੇ ਤਲਕ ਬੇਸ ਦੇ ਉੱਤੇ ਉਹਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਕਿਸੇ ਨੂੰ ਵੀ ਹੱਥ ਵਿੱਚ ਨਾ ਲਿਆਇਆ ਔਰ ਕੇਸ ਚੱਲਦਾ ਰਿਹਾ। ਉਹਦਾ ਫਾਇਦਾ ਇਹ ਹੋਇਆ ਕਿ ਉਸ ਕੇਸ ਦੇ ਦੌਰਾਨ ਜਿਹੜੇ ਮੁਤਲਕਾ ਮਹਿਕਮੇ ਦਾ ਅਫਸਰ ਸੀ, ਉਸ ਅਫਸਰ ਦਾ ਵੀ ਗਾਉਂ ਤਕਰੀਬਨ ਉਸ ਜਗ੍ਹਾ 'ਤੇ ਮੌਜੂਦ ਸੀ ਜਿੱਥੇ ਉਹ ਕੰਮ ਹੋ ਰਿਹਾ ਸੀ। ਜ਼ਿਕਰ ਮੈਂ ਕਰ ਰਿਹਾ ਰੋਡ ਦੀ, ਸਾਡੇ ਸ਼ਹਿਰ ਤੋਂ ਲੈ ਕੇ ਅੱਗੇ ਗਾਉਂ ਦਿਹਾਤ ਤੱਕ ਇੱਕ ਰੋਡ ਬਣ ਰਿਹਾ ਸੀ, ਉਹਦਾ ਮੈਂ ਜ਼ਿਕਰ ਕਰ ਰਿਹਾ ਤੁਹਾਡੇ ਨਾਲ। ਤੇ ਉਸ ਅਫਸਰ ਨੂੰ ਜਦੋਂ ਇਲਮ ਹੋਇਆ, ਜਿਨ੍ਹਾਂ ਕੋਲ ਦਰਖਾਸਤ ਗਈ ਸੀ ਕਿ ਮੇਰਾ ਗਾਉਂ ਵੀ ਇੱਥੇ ਹੀ ਹੈ, ਤੇ ਬੜੀ ਅੱਛੀ ਗੱਲ ਹੈ ਕਿ ਆਵਾਮ ਦੇ ਵਿੱਚੋਂ ਕੋਈ ਬੰਦਾ ਉੱਠ ਖਲੋਤਾ ਹੈ ਕਿ ਜਿਹਨੇ ਵੇਖਿਆ ਕਿ ਨਾਕਸ ਮਟੀਰੀਅਲ ਇਸਤੇਮਾਲ ਹੋ ਰਿਹਾ ਔਰ ਉਹਨੇ ਐਕਸ਼ਨ ਲਿਆ। ਤੇ ਔਰ ਉਹਦਾ ਫਾਇਦਾ ਅੱਜ ਇਹ ਹੋਇਆ ਕਿ 6 ਸਾਲ ਤਕਰੀਬਨ ਗੁਜ਼ਰ ਗਏ ਨੇ ਇਸ ਚੀਜ਼ ਨੂੰ, ਅਜੇ ਤੱਕ ਰੋਡ ਨੂੰ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ। ਸਾਡੀ ਇਸ ਕੋਸ਼ਿਸ਼ ਦੇ ਨਾਲ ਰੋਡ ਅੱਛਾ ਬਣ ਗਿਆ, ਮਟੀਰੀਅਲ ਅੱਛਾ ਲੱਗ ਗਿਆ। ਖੁਸ਼ ਹੁੰਦੇ ਆ ਸੋਚ ਕੇ ਕਿ ਸਾਡੀ ਇਹ ਥੋੜ੍ਹੀ ਜਿਹੀ ਕਾਵਸ਼ ਦੀ ਵਜ੍ਹਾ ਤੋਂ ਕਮ ਅਜ਼ ਕਮ ਜਿਹੜਾ ਸਾਡੇ ਮੁਲਕ ਦਾ ਸਰਮਾਇਆ, ਵੇਖੋ ਜਿਹੜਾ ਵੀ ਕੋਈ ਠੇਕੇਦਾਰ ਠੇਕਾ ਲੈਂਦਾ ਹੈ, ਉਹਦੀ ਕੋਸ਼ਿਸ਼ ਹੁੰਦੀ ਹੈ ਆਪਣੇ ਬੱਚਿਆਂ ਦਾ ਰਿਜ਼ਕ ਕਮਾਉਣ ਵਾਸਤੇ। ਠੀਕ ਹੈ, ਉਹ ਰਿਜ਼ਕ ਕਮਾਏ, ਉਹਦਾ ਹੱਕ ਬਣਦਾ, ਕਮਾਉਣਾ ਚਾਹੀਦਾ। ਲੇਕਿਨ ਉਸ ਠੇਕੇਦਾਰ ਨਾਲ ਜਦੋਂ ਸਾਡੀ ਮੁਲਾਕਾਤ ਹੋਈ ਤੇ ਉਹਨੇ ਜਦੋਂ ਸਾਡੇ ਕੋਲ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ, ਅਸਾਂ ਕਿਹਾ ਕਿ ਸਾਨੂੰ ਜ਼ਾਤੀ ਤੌਰ 'ਤੇ ਤਾਂ ਕੁਛ ਨਹੀਂ ਚਾਹੀਦਾ, ਲੇਕਿਨ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਰੋਡ ਹੈ ਤੁਸੀਂ ਬਣਾ ਰਹੇ ਹੋ, ਇਹ ਯਾਦਗਿਰੀ ਰੋਡ ਬਣ ਜਾਏ, ਤਾਂ ਕਿ ਇੱਥੋਂ ਲੰਘਣ ਵਾਲੀ ਜਿਹੜੀ ਆਵਾਮ ਹੈ, ਜਿਹੜੀਆਂ ਗੱਡੀਆਂ ਚੱਲਦੀਆਂ ਨੇ, ਉਹ ਸਾਰੇ ਲੋਕੀ ਤੁਹਾਨੂੰ ਦੁਆਵਾਂ ਦਿੰਦੇ ਰਹਿਣ ਜਿੰਨਾ ਤੀਕਰ ਇਹ ਰੋਡ ਕਾਇਮ ਦਾਇਮ ਰਵੇ। ਤੇ ਫਿਰ ਉਹਨੇ ਵੀ ਸਾਡੇ ਨਾਲ ਇੱਕ ਗੱਲ ਕੀਤੀ ਕਿ ਠੀਕ ਹੈ, ਮੈਂ ਕੋਸ਼ਿਸ਼ ਕਰਨਾ ਵਾਂ ਕਿ ਬਿਹਤਰ ਹੋ ਸਕੇ, ਵਰਨਾ ਸਾਡੀਆਂ ਮਜਬੂਰੀਆਂ ਦਾ ਤੁਹਾਨੂੰ ਵੀ ਇਲਮ ਹੈ। ਲਿਹਾਜ਼ਾ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਉਸ ਠੇਕੇਦਾਰ ਦਾ ਵੀ, ਕਿ ਜਿਹਨੇ ਸਾਡੀ ਗੱਲ ਨੂੰ ਸਮਝਿਆ ਔਰ ਰੋਡ ਅੱਛਾ ਬਣਾ ਦਿੱਤਾ। ਅੱਜ ਅਸੀਂ ਇਹ ਖੁਸ਼ੀ ਨਾਲ ਗੱਲ ਕਰ ਰਹੇ ਹਾਂ ਕਿ ਉਹ ਸਾਡੀ ਇਸ ਕਾਵਸ਼ ਦੇ ਨਾਲ, ਸਾਡੀ ਇੱਕ ਥੋੜ੍ਹੀ ਜਿਹੀ ਕੋਸ਼ਿਸ਼ ਦੇ ਨਾਲ ਅੱਜ ਉਹ ਰੋਡ ਕਾਇਮ ਦਾਇਮ ਹੈ ਔਰ ਉਹਦੇ ਉੱਤੇ ਗੱਡੀਆਂ ਜਿਹੜੀਆਂ ਅੱਛੇ ਤਰੀਕੇ ਨਾਲ ਚੱਲ ਰਹੀਆਂ ਨੇ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਔਰ ਆਵਾਮ ਵੀ ਖੁਸ਼ ਹੈ। ਜ਼ਿਕਰ ਕਰਨ ਦਾ ਥੋੜ੍ਹਾ ਜਿਹਾ ਮਕਸਦ ਇਹ ਵੇ ਕਿ ਜਦੋਂ ਕੋਈ ਕੰਮ ਚੰਗਾ ਕਰਨ ਵਾਸਤੇ ਤੁਸੀਂ ਤੁਰਦੇ ਹੋ ਤੇ ਉਹਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ, ਲੇਕਿਨ ਅਗਰ ਤੁਸੀਂ ਹੌਸਲਾ ਬਣਾਈ ਰੱਖਦੇ ਹੋ, ਆਪਣਾ ਹਿੰਮਤ ਬਣਾਈ ਰੱਖਦੇ ਹੋ, ਤੇ ਉਹ ਰੁਕਾਵਟਾਂ ਵੀ ਖਤਮ ਹੋ ਜਾਂਦੀਆਂ ਨੇ।
ਔਰ ਨੇਕ ਕੰਮ ਅਗਰ ਕੋਈ ਕਰਦਾ ਬੰਦਾ ਤੇ ਉਹਦੇ ਨਾਲ ਅੱਲਾਹ ਤਾਲਾ ਵੀ ਉਹਦੇ ਵਾਸਤੇ ਬਿਹਤਰ ਅਸਬਾਬ ਪੈਦਾ ਕਰਦਾ ਹੈ। ਦੋਸਤੋ ਅੱਜ ਲਈ ਇੰਨਾ ਹੀ। ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਰ ਹੋਵੇ। ਅੱਲਾਹ ਨਿਗਹਿਬਾਨ। ਆਪਣੇ ਪਿਆਰਾਂ ਦਾ ਬਹੁਤ ਸਾਰਾ ਖਿਆਲ ਰੱਖਿਆ ਜੇ।